ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਅੱਜ ਅਸੀਂ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 11 ਕੇਂਦਰੀ ਸਰਕਾਰ ਇਹ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾ, ਦੇਸ਼ ਦਾ ਨਾਮ ਮਾਤਰ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ। ਦੂਜਾ, ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ। ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? ਸਪੀਕਰ। ਚੌਥਾ, ਸੁਪਰੀਮ ਕੋਰਟ ਦੇ ਜੱਜ ਕਿੰਨੀ ਉਮਰ ਤੱਕ ਕੰਮ ਕਰ ਸਕਦੇ ਹਨ? 65 ਸਾਲ ਦੀ ਉਮਰ ਤੱਕ। ਪੰਜਵਾਂ, ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਕਿੰਨੀਆਂ ਹਨ? 3। ਛੇਵਾਂ, ਰਾਸ਼ਟਰਪਤੀ ਦੇ ਅਹੁਦੇ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਸਾਲ। ਸੱਤਵਾਂ, ਬਜਟ ਨੂੰ ਅੰਤਿਮ ਪ੍ਰਵਾਨਗੀ ਕੌਣ ਦਿੰਦਾ ਹੈ? ਰਾਸ਼ਟਰਪਤੀ। ਅੱਠਵਾਂ, ਭਾਰਤੀ ਸੰਸਦ ਦੇ ਕਿੰਨੇ ਸਦਨ ਹਨ? 2। ਨੌਵਾਂ, ਦੇਸ਼ ਦਾ ਨਾਮ ਮਾਤਰ ਮੁਖੀ? ਰਾਸ਼ਟਰਪਤੀ। ਲੋਕ ਸਭਾ ਦਾ ਕਾਰਜਕਾਲ 5 ਸਾਲ। 11ਵਾਂ, 3 ਸੈਨਾਵਾਂ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ, ਇਹਨਾਂ ਤਿੰਨਾਂ ਦਾ ਸਰਵਉੱਚ ਸੈਨਾਪਤੀ ਕੌਣ ਹੁੰਦਾ ਹੈ? ਰਾਸ਼ਟਰਪਤੀ। ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ। 13ਵਾਂ, ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? ਉਪ ਰਾਸ਼ਟਰਪਤੀ। 14ਵਾਂ, ਲੋਕ ਸਭਾ ਦਾ ਕਾਰਜਕਾਲ 6 ਸਾਲ ਹੁੰਦਾ ਹੈ। ਗਲਤ। ਲੋਕ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਬਿੱਲ 2 ਪ੍ਰਕਾਰ ਦੇ ਹੁੰਦੇ ਹਨ। ਠੀਕ ਹੈ, ਸਧਾਰਨ ਬਿੱਲ ਅਤੇ ਧਨ ਬਿੱਲ। 16ਵਾਂ, ਰਾਜ ਸਭਾ ਸੰਸਦ ਦਾ ਉੱਪਰਲਾ ਸਦਨ ਹੈ। ਠੀਕ ਹੈ, ਤੇ ਲੋਕ ਸਭਾ ਹੇਠਲਾ ਸਦਨ ਹੈ। 17ਵਾਂ, ਰਾਜ ਸਭਾ ਦੇ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ। ਠੀਕ ਹੈ ਬੇਟਾ, ਰਾਜ ਸਭਾ ਦੇ 12 ਮੈਂਬਰ ਰਾਸ਼ਟਰਪਤੀ ਉਹਨਾਂ ਲੋਕਾਂ ਵਿੱਚੋਂ ਨਾਮਜ਼ਦ ਕਰਦਾ ਹੈ ਜਿਨ੍ਹਾਂ ਨੇ ਸਾਹਿਤ, ਕਲਾ, ਖੇਡਾਂ ਜਾਂ ਸਮਾਜ ਸੇਵਾ ਜਾਂ ਸਿਨੇਮਾ ਕਿਸੇ ਵੀ ਖੇਤਰ ਵਿੱਚ ਕੋਈ ਵਿਸ਼ੇਸ਼ ਕੰਮ ਕੀਤਾ ਹੋਵੇ। ਇਹ ਉਸ ਕੋਲ ਵਿਸ਼ੇਸ਼ ਅਧਿਕਾਰ ਹੈ ਇਹਨਾਂ 12 ਮੈਂਬਰਾਂ ਨੂੰ ਨਿਯੁਕਤ ਕਰਨ ਦਾ। 18ਵਾਂ, ਪ੍ਰਧਾਨ ਮੰਤਰੀ ਸੈਨਾ ਦਾ ਮੁਖੀ ਹੁੰਦਾ ਹੈ। ਗਲਤ। ਰਾਸ਼ਟਰਪਤੀ ਸੈਨਾ ਦਾ ਮੁਖੀ ਹੁੰਦਾ। 19ਵਾਂ, ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਮੁਖੀ ਹੁੰਦਾ ਹੈ। ਠੀਕ ਹੈ, ਮੰਤਰੀ ਮੰਡਲ ਨੂੰ ਕੈਬਨਿਟ ਵੀ ਕਹਿੰਦੇ ਨੇ, ਤੇ ਕੈਬਨਿਟ ਜਾਂ ਮੰਤਰੀ ਮੰਡਲ ਦੀ ਨਿਯੁਕਤੀ ਪ੍ਰਧਾਨ ਮੰਤਰੀ ਕਰਦਾ ਹੈ ਤੇ ਇਹਨਾਂ ਦੀ ਬੈਠਕਾਂ ਦੀ ਪ੍ਰਧਾਨਗੀ ਵੀ ਪ੍ਰਧਾਨ ਮੰਤਰੀ ਕਰਦਾ ਹੈ। 20ਵਾਂ, ਸਹੀ ਮਿਲਾਨ ਕਰੋ। ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ। ਲੋਕ ਸਭਾ ਦਾ ਕਾਰਜਕਾਲ 5 ਸਾਲ। ਰਾਜ ਸਭਾ ਦਾ ਮੈਂਬਰ 250। ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? ਸਪੀਕਰ। 21ਵਾਂ, ਸੰਸਦ ਦਾ ਹੇਠਲਾ ਸਦਨ ਲੋਕ ਸਭਾ, ਸੰਸਦ ਦਾ ਉੱਪਰਲਾ ਸਦਨ ਰਾਜ ਸਭਾ। ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ? ਉਪ ਰਾਸ਼ਟਰਪਤੀ। ਪੰਜਾਬ ਵਿੱਚ ਲੋਕ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? ਸੋ ਹਰੇਕ ਰਾਜ ਦੇ ਵਿੱਚੋਂ ਜਨਸੰਖਿਆ ਦੇ ਹਿਸਾਬ ਨਾਲ ਮੈਂਬਰ ਲੋਕ ਸਭਾ ਵਿੱਚ ਅਤੇ ਰਾਜ ਸਭਾ ਵਿੱਚ ਭੇਜੇ ਜਾਂਦੇ ਨੇ। ਅਤੇ ਲੋਕ ਸਭਾ ਵਿੱਚ ਅਸੀਂ 13 ਮੈਂਬਰ ਭੇਜਦੇ ਹਾਂ ਪੰਜਾਬ 'ਚੋਂ, ਅਤੇ ਰਾਜ ਸਭਾ ਵਿੱਚ ਅਸੀਂ 7 ਮੈਂਬਰ ਭੇਜਦੇ ਹਾਂ। 25ਵਾਂ, ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? 2 ਮੈਂਬਰ ਕਰ ਸਕਦਾ ਹੈ ਜੇ ਉਹਨੂੰ ਲੱਗੇ ਕਿ ਐਂਗਲੋ ਇੰਡੀਅਨ ਕਮਿਊਨਿਟੀ ਨੂੰ ਇਸ ਵਿੱਚ ਨੁਮਾਇੰਦਗੀ ਨਹੀਂ ਮਿਲੀ ਤਾਂ। ਤੇ 12 ਮੈਂਬਰ ਕਰ ਸਕਦਾ ਰਾਜ ਸਭਾ ਵਿੱਚ, 2 ਮੈਂਬਰ ਲੋਕ ਸਭਾ ਵਿੱਚ। ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ। 27ਵਾਂ, ਲੋਕ ਸਭਾ ਦੇ ਮੈਂਬਰਾਂ ਦੀ ਯੋਗਤਾਵਾਂ ਦੱਸੋ। ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ 25 ਸਾਲ। ਉਹ ਪਾਗਲ ਜਾਂ ਦਿਵਾਲੀਆ ਨਹੀਂ ਹੋਣਾ ਚਾਹੀਦਾ। ਉਹ ਸਰਕਾਰੀ ਪਦਵੀ 'ਤੇ ਨਾ ਲੱਗਾ ਹੋਵੇ। 28ਵਾਂ, ਰਾਸ਼ਟਰਪਤੀ ਦੀਆਂ ਵਿਧਾਨਕੀ ਸ਼ਕਤੀਆਂ
ਰਾਸ਼ਟਰਪਤੀ ਨੂੰ ਕਈ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਾਪਤ ਨੇ, ਜਿਨ੍ਹਾਂ ਵਿੱਚੋਂ ਕੁਝ ਵਿਧਾਨਕੀ ਸ਼ਕਤੀਆਂ ਨੇ। ਪਹਿਲਾ, ਉਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਬਿੱਲ ਕਾਨੂੰਨ ਨਹੀਂ ਬਣ ਸਕਦਾ। ਯਾਨੀ ਕਿ ਪਹਿਲੀ ਸ਼ਕਤੀ ਇਹ ਹੈ ਕਿ ਜਿਹੜਾ ਵੀ ਬਿੱਲ ਸੰਸਦ ਦੇ ਦੋਨਾਂ ਸਦਨਾਂ ਵਿੱਚੋਂ ਪਾਸ ਹੋ ਗਿਆ, ਉਸ ਉੱਪਰ ਰਾਸ਼ਟਰਪਤੀ ਆਪਣੀ ਪ੍ਰਵਾਨਗੀ ਦਿੰਦਾ ਹੈ, ਤਾਂ ਹੀ ਉਹ ਬਿੱਲ ਕਾਨੂੰਨ ਬਣ ਸਕਦਾ ਹੈ। ਦੂਜਾ, ਪ੍ਰਧਾਨ ਮੰਤਰੀ ਦੀ ਸਲਾਹ ਨਾਲ ਉਹ ਲੋਕ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ। 29ਵਾਂ, ਸੰਸਦ ਦੀਆਂ 4 ਸ਼ਕਤੀਆਂ। ਪਹਿਲੀ, ਕਿਉਂਕਿ ਸੰਸਦ ਵਿਧਾਨ ਪਾਲਿਕਾ ਹੁੰਦੀ ਹੈ ਅਤੇ ਸੰਸਦ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੈ, ਸੋ ਸੰਸਦ ਸੰਘੀ ਸੂਚੀ ਅਤੇ ਸਮਵਰਤੀ ਸੂਚੀ ਇਹਨਾਂ ਦੋਨਾਂ ਦੇ ਵਿਸ਼ਿਆਂ ਦੇ ਉੱਪਰ ਕਾਨੂੰਨ ਬਣਾਉਂਦੀ ਹੈ। ਸੰਸਦ ਕਾਰਜਪਾਲਿਕਾ ਭਾਵ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਤੇ ਪੂਰਾ ਕੰਟਰੋਲ ਕਰਦੀ ਹੈ। ਇਹਨਾਂ ਦੀ ਜਵਾਬਦੇਹੀ ਹੁੰਦੀ ਹੈ ਸੰਸਦ ਦੇ ਪ੍ਰਤੀ। ਤੀਸਰਾ, ਸੰਸਦ ਦਾ ਦੇਸ਼ ਦੇ ਧਨ ਉੱਪਰ ਪੂਰਾ ਕੰਟਰੋਲ ਹੁੰਦਾ ਹੈ ਤੇ ਕੋਈ ਵੀ ਨਵਾਂ ਟੈਕਸ ਲਗਾਉਣਾ, ਪੁਰਾਣਾ ਟੈਕਸ ਬੰਦ ਕਰਨਾ ਜਾਂ ਸੰਸਦ ਵਿੱਚ ਬਜਟ ਪਾਸ ਕਰਨਾ, ਇਹ ਸਾਰੇ ਕੰਮ ਸੰਸਦ ਕਰਦੀ ਹੈ। ਸੰਸਦ ਰਾਸ਼ਟਰਪਤੀ ਅਤੇ ਸਰਵਉੱਚ ਅਦਾਲਤ ਦੇ ਜੱਜਾਂ ਦੇ ਵਿਰੁੱਧ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਉਹਨਾਂ ਨੂੰ ਹਟਾ ਵੀ ਸਕਦੀ ਹੈ। ਸੋ ਜਦੋਂ ਰਾਸ਼ਟਰਪਤੀ ਨੂੰ ਹਟਾਉਣਾ ਹੋਵੇ ਜਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣਾ ਹੋਵੇ ਤਾਂ ਇਹ ਕੰਮ ਸੰਸਦ ਕਰਦੀ ਹੈ। ਉੱਥੇ ਪਹਿਲਾਂ ਕੇਸ ਚੱਲਦਾ ਅਤੇ ਜੇ ਕੇਸ ਦੇ ਵਿੱਚ ਇਹ ਪਾਸ ਹੋ ਜਾਵੇ ਤਾਂ ਫਿਰ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ। 30ਵਾਂ, ਸੁਪਰੀਮ ਕੋਰਟ ਦਾ ਮੁੱਢਲੇ ਅਧਿਕਾਰ ਖੇਤਰ ਦਾ ਵਰਣਨ ਕਰੋ। ਸੋ ਸੁਪਰੀਮ ਕੋਰਟ ਦੇ ਬਹੁਤ ਸਾਰੇ ਅਧਿਕਾਰ ਖੇਤਰ ਨੇ। ਇੱਕ ਮੁੱਢਲਾ ਅਧਿਕਾਰ ਖੇਤਰ ਹੁੰਦਾ ਹੈ, ਇੱਕ ਅਪੀਲੀ ਅਧਿਕਾਰ ਖੇਤਰ ਹੁੰਦਾ। ਮੁੱਢਲਾ ਅਧਿਕਾਰ ਖੇਤਰ ਉਸ ਨੂੰ ਕਹਿੰਦੇ ਨੇ ਜਿੱਥੇ ਕੇਸ ਸਿੱਧੇ ਹੀ ਸੁਪਰੀਮ ਕੋਰਟ ਵਿੱਚ ਜਾ ਕੇ ਲੱਗਦੇ ਆ। ਅਤੇ ਉਹ ਕਿਹੜੇ ਹੋ ਸਕਦੇ ਨੇ? ਜਾਂ ਤਾਂ ਭਾਰਤ ਸਰਕਾਰ ਹੋਵੇ ਇੱਕ ਪਾਸੇ ਅਤੇ ਦੂਜੇ ਪਾਸੇ ਰਾਜ ਸਰਕਾਰਾਂ ਹੋਣ। ਇੱਦਾਂ ਦੇ ਕੇਸ ਕਈ ਵਾਰੀ ਸਰਕਾਰਾਂ ਦੀ ਵੀ ਆਪਸ ਵਿੱਚ ਮੁਕੱਦਮੇਬਾਜ਼ੀ ਹੋ ਜਾਂਦੀ ਹੈ। ਅਤੇ ਜਾਂ ਫਿਰ 2 ਜਾਂ 2 ਤੋਂ ਵੱਧ ਰਾਜ ਸਰਕਾਰਾਂ ਆਪਸ ਵਿੱਚ ਹੀ ਲੜ ਪੈਣ। ਅਤੇ ਇਸ ਤੋਂ ਇਲਾਵਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਸੰਬੰਧੀ ਝਗੜੇ, ਇਹ ਵੀ ਸਿੱਧੇ ਸੁਪਰੀਮ ਕੋਰਟ 'ਚ ਹੀ ਕੇਸ ਲੱਗਦੇ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।